ਕੀ ਇਹ 420 ਤੱਕ ਦਾ ਹੀ ਸੀਮਤ ਸੀ ਕੇਸ? नहीं मैडम, ये सिर्फ कह सकते हो कि तुसी गोंगलों तो मिट्टी झाड़ती है या ड्रामेबाजी करती है। उत्थों बचन लई उन्होंने फटाफट आनन फानन च एक जाली जी कवांगा मैं FIR की जी। देखो 306 जी है बड़ी सिंपल धारा है, वो सिर्फ एको चीज़ मंगती है कि मैनू फलाने बंदे ने उकसाया मरन लई मजबूर किया। मैं कहना जेड़े भी अफसर ने सिर्फ 400 भी लाई उन्होंने अपनी उंगल देना निक्का जिहा ब्लेड मार के विखा। 6 तो 8 बारी वो लड़का कहता है कि मैं सुसाइड कर लेना, मैनू बुला ला। कहना नहीं बुलाना, कोई दिक्कत नहीं, मेरे कागजां च कमी है या मेरे किसी चीज़ कमी है, तू इंडिया आ जा, आपां मियाँ बीबी हाँ, आपां परिवार वांगू रहना है। मुंडे दी मैं 400-500-600 पेजां दी चैट कुछ मैं पढ़ी है, मेरी टीम ने पढ़ी है, किते भी मुंडे ने कोई अपशब्द नहीं वरत्या। इत्थों तक भी मुंडे ने लिखिया है कि मैं अपने माँ प्यो तो ये छुपाण लई कि मेरी तेरे नाल गल हुंदी है, मैं कदी कोठे ते चढ़ के अद्धा पौना घंटा ला आउंदा। जदों विआह कराउण भी आंदी है इस परिवार लई कोई गिफ्ट ही नहीं लैके आउंदी, टैची नूं ताला ला के रखदी है और पुੱਛਿਆ जावे ਉਹਦੇ परिवार नूं कि ਤੁਹਾਡੇ ਲਈ ਕੀ ਲਿਆਈ ਸੀ ਤੇ ਇਹਨਾਂ ਲਈ ਕੀ ਲਿਆਈ ਸੀ। ਕਈ ਸਾਰੀਆਂ ਕੜੀਆਂ ਨੇ। ਪਾਸਪੋਰਟ ਮਾਂ ਪਿਓ ਦਾ ਬਣ ਗਿਆ, ਜਿਹੜੇ ਘਰ ਵਾਲੇ ਦਾ ਪਾਸਪੋਰਟ ਬਣਿਆ ਸੀ ਉਹਨੂੰ ਤੂੰ ਖੜਿਆ ਨਹੀਂ, ਸੱਸ ਸਹੁਰੇ ਨੂੰ ਚਾਚੇ ਨੂੰ ਤੂੰ ਕਿਹਾ ਨਹੀਂ ਕਿ ਭਾਜੀ ਜਾਂ ਡੈਡੀ ਜਾਂ ਛੋਟੇ ਡੈਡੀ ਤੁਸੀਂ ਪਾਸਪੋਰਟ ਮੰਗਵਾਓ, ਤੁਹਾਨੂੰ ਵੀ ਬੁਲਾਉਣਾ ਮੈਂ। ਦੇਖੋ ਜਿਸ ਘਰ ਦਾ ਜਵਾਈ ਸੜਕ ਤੇ ਤੁਰਿਆ ਫਿਰਦਾ ਹੋਵੇ, ਪਿੰਡਾਂ ਥਾਵਾਂ 'ਚ ਤੇ ਇਲਤਾਂ ਕਰਦੇ ਨੇ ਲੋਕ, ਚੱਲਿਆ ਸੀ ਵੱਡਾ ਕੈਨੇਡਾ ਜਾਂ ਜੋ ਵੀ ਕਹਿੰਦੇ ਨੇ। ਉਸ ਮੁੰਡੇ ਨੇ ਉਹ ਤਸੀਹੇ ਉਹ ਵੀ ਸਹੇ ਨੇ, ਤੇ ਉਸ ਮਾਂ ਪਿਓ ਨੂੰ, ਉਸ ਸੱਸ ਸਹੁਰੇ ਨੂੰ, ਉਸ ਸਾਲੇ ਨੂੰ, ਉਸ ਕੋਈ ਸਾਲੀ ਨੂੰ ਨਹੀਂ ਵਿਖਿਆ। ਕੀ ਨੇ ਕਿ ਉੱਥੇ ਉਹਨੇ ਆਪਣੇ ਆਪ ਨੂੰ ਬੈਚਲਰ ਸ਼ੋਅ ਕੀਤਾ। ਕਿਉਂ? ਜਦੋਂ ਉਹਨੂੰ ਪਤਾ ਲੱਗ ਗਿਆ ਕਿ ਇੱਧਰ ਸਾਡੇ ਮੁੰਡੇ ਦੀ ਡੈਥ ਹੁੰਦੀ ਹੈ ਤੇ 3 ਦਿਨਾਂ ਬਾਅਦ ਆਪਣੇ ਪਾਸਪੋਰਟ ਚੇਂਜ ਕਰਾਉਂਦੀ ਹੈ। ਉਹ ਕੋਈ ਗੱਲ ਨਹੀਂ, ਜਿੱਦਣ ਵੀ ਡਿਕਲੇਅਰ ਕਰੇਗੀ, ਬਟ ਉਹ FIR 'ਚ ਵਾਂਟਿਡ ਹੈ। ਇੱਕ ਵਕੀਲ ਦੀ ਜਦੋਂ ਚਿੱਠੀ ਜਾਂਦੀ ਹੈ ਕਿਸੇ ਵੀ ਸਰਕਾਰ ਦੇ ਕਿਸੇ ਵੀ ਇਦਾਰੇ 'ਚ ਫੌਰਨ 'ਚ, ਬੜੀ ਉਹਨੂੰ ਰਿਸਪੈਕਟ ਦਿੰਦੇ ਨੇ। ਉਸ ਚਿੱਠੀ 'ਚ ਲਿਖਿਆ ਜਾਏਗਾ ਕਿ ਇਸ FIR 'ਚ ਵਾਂਟਿਡ ਹੈ, ਕੁੜੀ ਦੇ ਨਾਂ ਤੇ FIR ਹੋ ਚੁੱਕੀ। ਉਹਦੇ ਮੁਤਾਬਕ ਉਹਦਾ ਵੀਜ਼ਾ ਕੈਂਸਲ ਹੋਏਗਾ ਇਮੀਡੀਏਟਲੀ। 30 ਡੇਜ਼ ਦਾ ਉਹਨੂੰ ਟਾਈਮ ਮਿਲੇਗਾ ਟੂ ਫਾਈਲ ਐਨ ਅਪੀਲ ਬਿਫੋਰ ਦੀ ਫੈਡਰਲ। ਅਪੀਲ 'ਚ ਉਹਨੂੰ 2 ਸਵਾਲ ਪੁੱਛੇ ਜਾਣਗੇ ਮੋਟੇ-ਮੋਟੇ, ਬਾਕੀ ਤੇ ਅਪੀਲ ਜੱਜ ਸਾਹਿਬ ਦੀ ਮਰਜ਼ੀ ਕੀ ਪੁੱਛਣ। ਪਰ ਇੰਡੀਆ ਦਾ ਲਾਅ ਜੇ ਧਰਾਵਾਂ ਲੱਗ ਜਾਂਦੀਆਂ ਨੇ ਉਸ ਤੋਂ ਬਾਅਦ ਇੰਡੀਆ ਦਾ ਲਾਅ ਕੈਨੇਡਾ ਦੀ ਸਰਕਾਰ ਨਾਲ ਗੱਲ ਕਰਕੇ ਉਹਨੂੰ ਡਿਪੋਰਟ ਕਰਵਾ ਸਕਦਾ ਹੈ। ਹਮਦਰਦ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡੇ ਨਾਲ ਨਵਦੀਪ ਕੌਰ। ਇਸ ਵੇਲੇ ਸੁਰਖੀਆਂ ਦੇ ਵਿੱਚ ਹੈ ਲਵਪ੍ਰੀਤ ਤੇ ਬੇਅੰਤ ਕੌਰ ਦਾ ਮਾਮਲਾ। ਬੀਤੇ ਕੱਲ ਬੇਅੰਤ ਕੌਰ ਦੇ ਖਿਲਾਫ 420 ਦਾ ਮਾਮਲਾ ਦਰਜ ਕੀਤਾ ਜਾਂਦਾ ਹੈ, ਪਰ ਪਰਿਵਾਰ ਜੋ ਹੈ ਅਸੰਤੁਸ਼ਟ ਹੈ। ਅੱਜ ਪਰਿਵਾਰ ਦੇ ਵੱਲੋਂ ਹਾਈਵੇ ਦੇ ਉੱਤੇ ਧਰਨਾ ਲਗਾ ਦਿੱਤਾ ਗਿਆ ਹੈ। ਮੰਗ ਕੀਤੀ ਜਾ ਰਹੀ ਹੈ ਕਿ ਬੇਅੰਤ ਕੌਰ ਦੇ ਨਾਲ ਉਸਦੇ ਪਰਿਵਾਰਿਕ ਮੈਂਬਰਾਂ ਦੇ ਉੱਤੇ ਵੀ ਹੋਰ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਜਾਵੇ, ਕਿਉਂਕਿ ਉਹਨਾਂ ਦੇ ਪੁੱਤਰ ਨੂੰ ਖੁਦਕੁਸ਼ੀ ਦੇ ਲਈ ਉਕਸਾਇਆ ਗਿਆ ਬੇਅੰਤ ਕੌਰ ਦੇ ਵੱਲੋਂ। ਤਾਂ ਇਸ ਸਾਰੇ ਮਾਮਲੇ ਦੇ ਵਿੱਚ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਲਵਪ੍ਰੀਤ ਸਿੰਘ ਦੇ ਵਕੀਲ ਜੋ ਨੇ ਸੁਨੀਲ ਮੱਲਨ ਹੋਰੀ ਤੇ ਨਾਲ ਹੀ ਲਵਪ੍ਰੀਤ ਦੇ ਚਾਚਾ ਜੀ ਮੌਜੂਦ ਨੇ। ਜਾਣਦੇ ਹਾਂ ਕਿ ਹੁਣ ਅਗਲੀ ਕਾਰਵਾਈ ਉਹਨਾਂ ਦੀ ਕੀ ਰਹਿਣ ਵਾਲੀ ਹੈ ਜਾਂ ਉਹ ਕਿਸ ਤਰ੍ਹਾਂ ਦੀ ਪ੍ਰਸ਼ਾਸਨ ਤੋਂ ਮੰਗ ਕਰਦੇ ਨੇ। ਸਭ ਤੋਂ ਪਹਿਲਾਂ ਗੱਲ ਕਰਦੇ ਉਹਨਾਂ ਦੇ ਵਕੀਲ ਦੇ ਨਾਲ। ਤਾਂ ਸਰ, ਕੱਲ ਖਬਰ ਨਿਕਲਦੀ ਹੈ 420 ਲਗਾ ਦਿੱਤੀ ਗਈ ਹੈ, ਕੀ ਇਹ 420 ਤੱਕ ਦਾ ਹੀ ਸੀਮਤ ਸੀ ਕੇਸ? ਨਹੀਂ ਮੈਡਮ, ਇਹ ਸਿਰਫ ਕਹਿ ਸਕਦੇ ਹੋ ਕਿ ਤੁਸੀਂ ਗੋਂਗਲੋਂ ਤੋਂ ਮਿੱਟੀ ਝਾੜਤੀ ਹੈ ਜਾਂ ਡਰਾਮੇਬਾਜ਼ੀ ਕਰਤੀ ਹੈ। ਕੈਂਡਲ ਮਾਰਚ ਤੋਂ ਬਾਅਦ ਪ੍ਰਸ਼ਾਸਨ ਨੂੰ ਸਮਝ ਲੱਗ ਗਈ ਸੀ ਕਿ ਜਨਤਾ ਇਹਨਾਂ ਨਾਲ ਜੁੜ ਗਈ ਹੈ, ਸੋਸ਼ਲੀ ਵੀ ਤੇ ਫਿਜ਼ੀਕਲੀ ਵੀ। ਔਰ ਉਦੋਂ ਵੀ ਜਿਹੜਾ ਇਕੱਠ ਹੈ ਪੂਰੇ ਪੰਜਾਬ 'ਚੋਂ ਹਰਿਆਣਾ 'ਚੋਂ ਰਲ ਕੇ ਲੋਕ ਆਏ ਸੀ, ਅੱਜ ਵੀ ਇਸ ਤਰ੍ਹਾਂ ਹੀ ਆਏ ਨੇ। ਔਰ ਉੱਥੋਂ ਬਚਣ ਲਈ ਉਹਨਾਂ ਨੇ ਫਟਾਫਟ ਆਨਨ ਫਾਨਨ 'ਚ ਇੱਕ ਜਾਲੀ ਜੀ ਕਵਾਂਗਾ ਮੈਂ FIR ਕੀਤੀ ਜਿਹੜੀ। ਦੇਖੋ 306 ਜਿਹੜੀ ਹੈ ਬੜੀ ਸਿੰਪਲ ਧਾਰਾ ਹੈ, ਉਹ ਸਿਰਫ ਇੱਕੋ ਚੀਜ਼ ਮੰਗਦੀ ਹੈ ਕਿ ਮੈਨੂੰ ਫਲਾਣੇ ਬੰਦੇ ਨੇ ਉਕਸਾਇਆ ਮਰਨ ਲਈ ਮਜਬੂਰ ਕੀਤਾ। ਮੈਂ ਕਹਿੰਦਾ ਜਿਹੜੇ ਵੀ ਅਫਸਰ ਨੇ ਸਿਰਫ 400 ਵੀ ਲਾਈ ਉਹਨੂੰ ਆਪਣੀ ਉਂਗਲ ਤੇ ਨਾ ਨਿੱਕਾ ਜਿਹਾ ਬਲੇਡ ਮਾਰ ਕੇ ਵਿਖਾ। ਕਿੰਨੀ ਦੇਰ ਤੂੰ ਤੜਫੇਗਾ, ਕਿੰਨੀ ਦੇਰ ਉਂਗਲ ਟਸ ਕਰਦੀ ਹੈ। ਤੇ ਸਾਡੇ ਪੁੱਤ ਨੇ, ਸਾਡੇ ਭਰਾ ਨੇ, ਸਾਡੇ ਵੀਰ ਨੇ ਆਪਣੀ ਜਾਨ ਲਈ, ਔਰ ਉਸ ਜਾਨ ਦੀ ਐਵੀਡੈਂਸ ਸਾਰੀ ਚੈਟ 'ਚ ਹੈਗੀ ਹੈ। ਜੁਲਾਈ 2020 ਤੋਂ ਰੈਗੂਲਰਲੀ ਆਲਮੋਸਟ 1 ਈਅਰ 6 ਤੋਂ 8 ਵਾਰੀ ਉਹ ਲੜਕਾ ਕਹਿੰਦਾ ਹੈ ਕਿ ਮੈਂ ਸੁਸਾਈਡ ਕਰ ਲੈਣਾ, ਮੈਨੂੰ ਬੁਲਾ ਲੈ। ਕਹਿੰਦਾ ਨਹੀਂ ਬੁਲਾਣਾ, ਕੋਈ ਦਿੱਕਤ ਨਹੀਂ, ਮੇਰੇ ਕਾਗਜ਼ਾਂ 'ਚ ਕਮੀ ਹੈ ਜਾਂ ਮੇਰੇ ਕਿਸੇ ਚੀਜ਼ 'ਚ ਕਮੀ ਹੈ, ਤੂੰ ਇੰਡੀਆ ਆ ਜਾ, ਆਪਾਂ ਮੀਆਂ ਬੀਬੀ ਹਾਂ, ਆਪਾਂ ਪਰਿਵਾਰ ਵਾਂਗੂ ਰਹਿਣਾ। ਆਪਾਂ ਕੋਈ ਲਾਲਚ ਨਹੀਂ ਹੈ ਕੈਨੇਡਾ ਦਾ, ਆਪਾਂ ਜਿੱਦਾਂ ਦੇ ਚੱਲ ਜੋ ਪੈਸੇ ਲੱਗ ਗਏ ਮਿੱਟੀ ਪਾ ਖਤਮ ਕਰ, ਮੇਰਾ ਪਰਿਵਾਰ ਤੈਨੂੰ ਪੂਰਾ ਪਿਆਰ ਦਊ, ਇੱਜ਼ਤ ਦਊ, ਇੱਥੇ ਘਰ ਕੋਈ ਦਿੱਕਤ ਨਹੀਂ ਹੈ, ਦਾਣਾ ਫੱਕਾ ਪੂਰਾ।
ਉਹ ਅੱਗੋਂ ਠੇਂਗੇ ਦਿਖਾਉਂਦੀ ਹੈ, ਉਹਦਾ ਮੇਕਅਪ ਨਹੀਂ ਉਤਰਦਾ। ਔਰ ਉਸ 6 ਤੋਂ 8 ਵਾਰ ਦੀ ਸਟੇਟਮੈਂਟ ਫਿਰ ਲੜਕੀ ਵਾਲੇ ਖੁਦ ਸਾਨੂੰ ਦਿਖਾਉਂਦੇ ਨੇ ਤੇ ਸਫੀਸ਼ੀਐਂਟ ਐਵੀਡੈਂਸ ਟੂ ਪ੍ਰੂਵ ਕਿ ਲੜਕੀ ਨੇ ਇਹੋ ਜਿਹੀ ਹਰਕਤਾਂ ਕੀਤੀਆਂ। ਮੁੰਡੇ ਦੀ ਮੈਂ 400-500 600 ਪੇਜਾਂ ਦੀ ਚੈਟ ਕੁਛ ਮੈਂ ਪੜ੍ਹੀ ਹੈ, ਮੇਰੀ ਟੀਮ ਨੇ ਪੜ੍ਹੀ ਹੈ, ਕਿਤੇ ਵੀ ਮੁੰਡੇ ਨੇ ਕੋਈ ਅਪਸ਼ਬਦ ਨਹੀਂ ਵਰਤਿਆ। ਇੱਥੋਂ ਤੱਕ ਵੀ ਮੁੰਡੇ ਨੇ ਲਿਖਿਆ ਹੈ ਕਿ ਮੈਂ ਆਪਣੇ ਮਾਪਿਓ ਤੋਂ ਇਹ ਛੁਪਾਉਣ ਲਈ ਕਿ ਮੇਰੀ ਤੇਰੇ ਨਾਲ ਗੱਲ ਹੁੰਦੀ ਹੈ, ਮੈਂ ਕਦੀ ਕੋਠੇ ਤੇ ਚੜ੍ਹ ਕੇ ਅੱਧਾ ਪੌਣਾ ਘੰਟਾ ਲਾ ਆਉਣਾ ਤੇ ਕਹਿ ਦਿੰਦਾ ਕਿ ਮੇਰੀ ਗੱਲ ਹੋ ਗਈ ਹੈ, ਜਦ ਕਿ ਤੂੰ ਮੇਰੇ ਨਾਲ ਗੱਲ ਨਹੀਂ ਕਰਦੀ, ਸਵੇਰੇ ਵੀ ਤੂੰ ਬਿਜ਼ੀ ਹੈ, ਰਾਤ ਨੂੰ ਵੀ ਤੂੰ ਬਿਜ਼ੀ ਹੈ। ਔਰ ਵੈਸੇ ਵੀ ਮੈਂ ਪਹਿਲਾਂ ਵੀ ਦੱਸ ਚੁੱਕਾ ਵੀ 17 ਮਾਰਚ 19 'ਚ ਲੋਕਡਾਊਨ ਲੱਗ ਗਿਆ ਸੀ, ਕਰਫਿਊ ਲੱਗ ਗਿਆ ਸੀ ਔਰ 6-8 ਮਹੀਨੇ ਕਰਫਿਊ ਰਿਹਾ। ਉਹ 6-8 ਮਹੀਨੇ 'ਚ ਵੀ ਉਹਦੀ ਚੈਟ, ਉਹਦਾ ਹਰ ਵੇਲੇ ਬਿਜ਼ੀ ਆ, ਮੇਰਾ ਫੋਨ ਮੇਰੀ ਸਹੇਲੀ ਕੋਲ ਹੈ, ਮੇਰਾ ਇੱਦਾਂ ਮੇਰਾ ਉੱਦਾਂ। ਸੋ ਇੱਦਾਂ ਦੇ ਕਈ ਬਹਾਨੇ ਉਹ ਹਰ ਵੇਲੇ ਇਗਨੋਰ ਕਰ ਰਹੀ ਹੈ ਔਰ ਇਹ ਹਰ ਵੇਲੇ ਵਿਚਾਰਾ ਤਰਲੇ ਕੱਢ ਰਿਹਾ ਕਿ ਕੋਈ ਨਹੀਂ ਮੇਰਾ ਬੀਬਾ ਪੁੱਤ ਤੂੰ ਆ ਜਾ, ਕੋਈ ਗੱਲ ਨਹੀਂ, ਆਪਾਂ ਸਾਰ ਲਾਂਗੇ, ਰੋਟੀ ਖਾ ਲਾਂਗੇ, ਰੋਟੀ ਉਹ ਭੁੱਖੇ ਨਹੀਂ ਮਰਦੇ, ਸਭ ਕੁਝ ਕਰ ਲਾਂਗੇ। ਬਟ ਉਹ ਲੜਕੀ ਹਰ ਵੇਲੇ ਮੈਂ ਸ਼ਬਦ ਵਰਤ ਰਿਹਾ, ਹਰ ਵੇਲੇ ਉਹ ਉਹਨੂੰ ਇਗਨੋਰ ਵੀ ਕਰਦੀ ਹੈ, ਉਹਦੀ ਇਨਸਲਟ ਵੀ ਕਰਦੀ ਹੈ ਤੇ ਉਹਨੂੰ ਟਿੱਚ ਸਮਝਦੀ ਹੈ। ਸੋ ਉਕਸਾਣਾ ਰੀਜ਼ਨ ਕਲੀਅਰ ਹੈ, ਅਬੈਟਮੈਂਟ ਟੂ ਸੁਸਾਈਡ, ਇਨਗਰੀਡੀਐਂਟ ਕੰਪਲੀਟ ਹੈ। ਹੁਣ ਪੁਲਿਸ ਡਰਾਮੇ ਕਰੀ ਜਾਵੇ ਜੀ ਅਸੀਂ ਉਹ ਕੈਮੀਕਲ ਰਿਪੋਰਟ ਮੰਗਾਵਾਂਗੇ, ਕਾਰਨ ਜ਼ਰੂਰੀ ਨਹੀਂ ਹੈ, ਕਾਰਨ ਜ਼ਰੂਰੀ ਹੈ, ਤਰੀਕਾ ਜ਼ਰੂਰੀ ਨਹੀਂ ਹੈ ਵੀ ਕਿਸ ਤਰੀਕੇ ਨਾਲ ਉਹਨੇ ਮੌਤ ਆਪਣੀ ਜਾਨ ਦਿੱਤੀ ਹੈ। ਉਹ ਜਿੱਦਾਂ ਵੀ ਦਿੱਤੀ ਹੈ, ਜਾਨ ਤਾਂ ਦਿੱਤੀ ਹੈ ਨਾ। ਜੇ ਪੁਲਿਸ ਵਾਲੇ ਬਹੁਤੇ ਸਿਆਣੇ ਬੰਦੇ ਉਹਨਾਂ ਕੋਲ ਤੁਸੀਂ ਲੈ ਕੇ ਦਿਖਾਓ ਆਪਣੀ ਜਾਨ, ਉੱਦਾਂ ਹਿੰਮਤ ਚਾਹੀਦੀ। ਮੈਂ ਕਹਿੰਦਾ ਉਂਗਲ ਤੇ ਸੱਟ ਵੀ ਹਿੰਮਤ ਚਾਹੀਦੀ ਹੈ। ਸੋ 306 ਮਸਟ ਹੈ, 406 ਮਸਟ ਹੈ। ਇੱਕ ਅਮਾਨਤ ਦੇ ਤੌਰ ਤੇ, ਇੱਕ ਉਮੀਦ ਦੇ ਤੌਰ ਤੇ ਕਿ ਇਹ ਬੱਚੇ ਤੇ ਪੈਸਾ ਲਾਉਨੇ ਆ, ਬਾਹਰ ਜਾ ਕੇ ਸੱਦੇਗਾ, ਸਾਡੇ ਘਰ ਦਾ ਧੀ ਪੁੱਤ ਹੈ, ਠੀਕ ਹੈ ਨਾ। ਉਹਨੇ ਉਹ ਵੀ ਨਹੀਂ ਕੀਤਾ। ਇਹਦਾ ਮਤਲਬ ਜੋ ਲਾਇਆ ਪੈਸਾ ਸੀ, ਜੋ ਦਿੱਤੇ ਗਿਫਟ ਸੀ। ਜਦੋਂ ਵਿਆਹ ਕਰਾਉਣ ਵੀ ਆਉਂਦੀ ਹੈ ਇਸ ਪਰਿਵਾਰ ਲਈ ਕੋਈ ਗਿਫਟ ਹੀ ਨਹੀਂ ਲੈ ਕੇ ਆਉਂਦੀ, ਟੈਚੀ ਨੂੰ ਤਾਲਾ ਲਾ ਕੇ ਰੱਖਦੀ ਹੈ। ਔਰ ਪੁੱਛਿਆ ਜਾਵੇ ਉਹਦੇ ਪਰਿਵਾਰ ਨੂੰ ਕਿ ਤੁਹਾਡੇ ਲਈ ਕੀ ਲਿਆਈ ਸੀ ਤੇ ਇਹਨਾਂ ਲਈ ਕੀ ਲਿਆਈ ਸੀ। ਕਈ ਸਾਰੀਆਂ ਕੜੀਆਂ ਨੇ। ਪਾਸਪੋਰਟ ਮਾਂ ਪਿਓ ਦਾ ਬਣ ਗਿਆ, ਜਿਹੜੇ ਘਰ ਵਾਲੇ ਦਾ ਪਾਸਪੋਰਟ ਬਣਿਆ ਸੀ ਉਹਨੂੰ ਤੂੰ ਖੜਿਆ ਨਹੀਂ, ਸੱਸ ਸਹੁਰੇ ਨੂੰ, ਚਾਚੇ ਨੂੰ ਤੂੰ ਕਿਹਾ ਨਹੀਂ ਕਿ ਭਾਜੀ ਜਾਂ ਡੈਡੀ ਜਾਂ ਛੋਟੇ ਡੈਡੀ ਤੁਸੀਂ ਵੀ ਪਾਸਪੋਰਟ ਬਣਵਾਓ, ਤੁਹਾਨੂੰ ਵੀ ਬੁਲਾਉਣਾ ਮੈਂ। ਕੁਛ ਤੇ ਚਾਹ ਵਿਖਾਉਂਦੀ, ਫਿਰ ਪੇਪਰ ਭਰਦੀ ਹੈ, ਉਹਦੇ 'ਚ ਆਪਣੇ ਆਪ ਨੂੰ ਬੈਚਲਰ ਦਿਖਾਉਂਦੀ ਹੈ। ਜਦੋਂ ਵਿਆਹ ਹੋ ਗਿਆ ਤੇ ਪਾਸਪੋਰਟ ਤੇ ਫਿਰ ਸਿੰਗਲ ਕਿਉਂ ਰਹਿ ਗਈ? ਫਿਰ ਉਸ ਤੋਂ ਬਾਅਦ ਵਰਕ ਪਰਮਿਟ ਵਾਸਤੇ ਸਿੰਗਲ ਕਿਉਂ ਰਹਿ ਗਈ? ਜਿਹੜਾ ਵੀ ਉਹ ਡਾਕੂਮੈਂਟ ਦਿਖਾਉਂਦੀ ਹੈ, ਮੈਂ ਤਾਂ ਓਪਨ ਚੈਲੰਜ ਕਰਨਾ ਕਿ ਇਮਾਨਦਾਰੀ ਨਾਲ CIC ਡਿਪਾਰਟਮੈਂਟ ਨੂੰ ਮੇਲ ਪਾ ਤੇ CC ਮੈਨੂੰ ਰੱਖ ਤੇ ਨਾਲ ਲਿਖ ਕੇ ਇਸ ਲਾਇਰ ਨੂੰ ਮੇਰੀ ਕਾਪੀ ਭੇਜੀ ਜਾਵੇ ਸਰਟੀਫਾਈਡ ਡਾਕੂਮੈਂਟ ਦੀ। ਸਰਟੀਫਾਈਡ ਕਾਪੀ ਮੇਰੇ ਤੱਕ ਵੀ ਆ ਜਾਏਗੀ, ਮੈਨੂੰ ਯਕੀਨ ਹੋ ਜਾਏਗਾ ਕਿ ਤੂੰ ਲਿਖਿਆ ਮੇਰਾ ਘਰ ਵਾਲੇ ਦਾ ਨਾਂ ਕੌਣ ਹੈ। ਸੋ ਮੂਰਖ ਬਣਾਓ ਕਿਸੇ ਉਹੋ ਜਿਹੇ ਬੰਦੇ ਨੂੰ। ਅੱਜ ਕੱਲ੍ਹ ਬੱਚਾ ਵੀ ਸਿਆਣਾ ਹੈ, ਝੂਠ ਨਾ ਬੋਲਿਆ ਜਾਵੇ। ਫਿਰ ਜੇ ਉਹਨੇ ਦਸਤਾਵੇਜ਼ ਜਾਲੀ ਬਣਾਏ ਨੇ ਤੇ 465, 467, 468, 471 ਔਰ ਇਸ ਸਾਰੇ ਕੰਮ 'ਚ ਕਲੀਅਰ ਕੱਟ ਹੈ ਕਿ ਉਹਦੇ ਮਾਂ-ਬਾਪ ਦੀ ਸਾਜ਼ਿਸ਼ ਨਾਲ ਹੈ। ਦੇਖੋ ਜਿਸ ਘਰ ਦਾ ਜਵਾਈ ਸੜਕ ਤੇ ਤੁਰਿਆ ਫਿਰਦਾ ਹੋਵੇ, ਪਿੰਡਾਂ ਥਾਵਾਂ 'ਚ ਤੇ ਇਲਤਾਂ ਕਰਦੇ ਨੇ ਲੋਕ, ਚੱਲਿਆ ਸੀ ਵੱਡਾ ਕੈਨੇਡਾ ਜਾਂ ਜੋ ਵੀ ਕਹਿੰਦੇ ਨੇ। ਉਸ ਮੁੰਡੇ ਨੇ ਉਹ ਤਸੀਹੇ ਉਹ ਵੀ ਸਹੇ ਨੇ ਤੇ ਉਸ ਮਾਂ ਪਿਓ ਨੂੰ, ਉਸ ਸੱਸ ਸਹੁਰੇ ਨੂੰ, ਉਸ ਸਾਲੇ ਨੂੰ, ਉਸ ਕੋਈ ਸਾਲੀ ਨੂੰ ਨਹੀਂ ਵਿਖਿਆ। ਇਹਨਾਂ ਦੇ ਘਰ ਦਾ ਰਿਵਾਜ ਹੈ। ਇਹਨਾਂ ਦੀ ਕਿਹੜੀ ਭਾਈ ਚਾਚੇ ਦੀ ਕੁੜੀ ਨੇ ਕਿ ਕਿੰਨੇ ਦੂਜੇ ਮੁੰਡੇ ਨਾਲ ਕੀਤਾ? ਹਾਂ ਚਾਚੇ ਦੀ ਕੁੜੀ ਸ਼ਾਇਦ ਜੀ। ਇਹਦੀ ਚਾਚੇ ਦੀ ਕੁੜੀ ਨੇ, ਮੁੰਡਾ ਸਰਨੇਮ ਲਾਡੀ ਦਾ, ਉਹਦਾ ਨਾਮ ਹਾਂ ਲਾਡੀ ਹੈ ਉਸ ਮੁੰਡੇ ਦਾ ਨਾਮ ਹੀ। ਔਰ ਇਹਦੀ ਚਾਚੇ ਦੀ ਕੁੜੀ ਨੇ ਵੀ ਸੇਮ ਕੰਮ ਕਰਿਆ ਹੋਇਆ। ਉਹਨਾਂ ਨੇ ਵੀ 35-40 ਲੱਖ ਲਾਇਆ ਮੁੰਡੇ ਨੇ। ਉਹ ਪਿਛਲੀ ਵਾਰ ਮੈਨੂੰ ਮਿਲਿਆ ਸੀ, ਅੱਜ ਕੁਦਰਤੀ ਨਹੀਂ ਆਇਆ। ਸੋ ਇਹਨਾਂ ਨੇ ਸੋਚ ਲਿਆ ਵੀ ਜਿੱਦਾਂ ਮਰਜ਼ੀ ਕਰ ਲਈਏ। ਸੋ ਠੀਕ ਹੈ, ਇੰਨਾ ਜ਼ਿਆਦਾ ਉਹ ਮੁੰਡਾ ਐਕਚੁਅਲੀ ਸਾਡਾ ਜਿਹੜਾ ਸੀ ਨਾ, ਜੋ ਉਹਦੀ ਚੈਟ ਤੋਂ ਪੜਿਆ, ਮੈਂ ਉਹਨੂੰ ਮਿਲਿਆ ਨਹੀਂ ਕਦੀ, ਪਰ ਉਹਦੀ ਚੈਟ 'ਚੋਂ ਮੈਨੂੰ ਲੱਗਦਾ ਕਿ ਜਰਾ ਜ਼ਿਆਦਾ ਹੀ ਸ਼ਰੀਫ ਸੀ। ਉਹ ਭਾਜੀ ਵਾਲੀ ਗੱਲ ਹੈ ਕਿ ਕੋਈ ਹੋਰ ਹੁੰਦਾ ਤੇ ਜੁੱਤੀ ਲਾ ਲੈਂਦਾ। ਇੱਕ ਮਿੰਟ ਵੀਰ ਛੱਡੋ, ਜੁੱਤੀ ਲਾ ਲੈਂਦਾ। ਸੋ ਅਬੈਟਮੈਂਟ ਕਲੀਅਰ ਹੈ, 420 ਕਲੀਅਰ ਹੈ, 406 ਕਲੀਅਰ ਹੈ, 465, 67, 68, 71 ਮੈਂ ਮੰਨ ਲੈਣਾ ਇੱਕ ਮਿੰਟ ਲਈ ਕੁਐਸਚਨ ਮਾਰਕ ਹੈ ਕਿ ਸਬੂਤ ਪੇਪਰਾਂ ਦੇ ਨਹੀਂ ਆਏ। ਸਬੂਤ ਮੰਗਾਉਣ ਨੂੰ ਕੋਈ ਵਰੇ ਨਹੀਂ ਲੱਗਦੇ। ਇੱਕ ਮਿੰਟ ਜਾਂਦਾ, ਮੈਨੂੰ ਯਕੀਨ ਹੈ ਕਿ ਉੱਥੇ ਉਹਨੇ ਆਪਣੇ ਆਪ ਨੂੰ ਬੈਚਲਰ ਸ਼ੋਅ ਕੀਤਾ। ਕਿਉਂ? ਜਦੋਂ ਉਹਨੂੰ ਪਤਾ ਲੱਗ ਗਿਆ ਕਿ ਇੱਧਰ ਸਾਡੇ ਮੁੰਡੇ ਦੀ ਡੈਥ ਹੁੰਦੀ ਹੈ ਤੇ 3 ਦਿਨਾਂ ਬਾਅਦ ਆਪਣੇ ਪਾਸਵਰਡ ਚੇਂਜ ਕਰਾਉਂਦੀ ਹੈ। ਜੇ ਉਹ ਸੱਚੀ ਸੀ, ਆਪਣਾ ਈਮੇਲ ID ਪਾਸਵਰਡ ਕਿਉਂ ਚੇਂਜ ਕਰਾਇਆ? ਇਹਦਾ ਮਤਲਬ ਕੋਈ ਨਾ ਕੋਈ ਤਾਂ ਚੋਰੀ ਕੀਤੀ ਹੈ। ਇਹ ਗੱਲਾਂ ਯਕੀਨੀ ਬਣਾਉਂਦੀਆਂ ਸਾਨੂੰ। ਸੋ ਪਲੱਸ 120 ਵੀ ਮਾਪਿਓ ਦੇ ਸੈਕਸ਼ਨ 34, ਉਸ ਤੋਂ ਇਲਾਵਾ ਹਿਊਮਨ ਸਮਗਲਿੰਗ ਐਕਟ ਸੈਕਸ਼ਨ 13, ਇਹ ਸਾਰੇ ਧਾਰਾਵਾਂ ਨੇ ਜਿਹਦੇ ਵਿੱਚ ਚਾਹੁੰਦੇ ਅਸੀਂ ਪਰਚਾ ਦਰਜ ਹੋਵੇ। 420 ਕੱਲੀ ਕੋਈ ਧਾਰਾ ਨਹੀਂ ਸਾਡੇ ਲਈ,
ਨੋ ਡਾਊਟ ਲੀਗਲੀ ਜੇ ਮੈਂ ਗੱਲ ਕਰਾਂ ਤੇ ਉਹਨੂੰ ਡੀਪੋਰਟ ਕਰਾਉਣ ਲਈ ਮੇਰੇ ਕੋਲ ਇਹ ਧਾਰਾ ਵੀ ਸਫੀਸ਼ੀਐਂਟ ਹੈ। ਜਦ ਤੱਕ ਉਹ ਇੰਡੀਆ ਖੁਦ ਨਹੀਂ ਆਏਗੀ ਤਦ ਤੱਕ ਉਹਦਾ ਪਰਚਾ ਕੁਐਸ਼ ਨਹੀਂ ਹੋਣਾ, ਜਦ ਤੱਕ ਉਹ ਜ਼ਮਾਨਤ ਨਹੀਂ ਲਏਗੀ ਤਦ ਤੱਕ ਉਹਨੂੰ ਉਹਦੀ ਰਿਲੀਫ ਨਹੀਂ ਮਿਲਣੀ। ਔਰ ਇਹ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਹੁਣ ਬਸ 2 ਦਿਨ ਦਾ ਹੋਟ ਸਮਾਂ ਹੈ, 2 ਦਿਨਾਂ ਬਾਅਦ ਮੈਂ ਤੇ ਚਿੱਠੀਆਂ ਜਸਟਿਨ ਟਰੂਡੋ ਪਲੱਸ ਬਾਕੀ 60 ਮਹਿਕਮੇ ਨੇ, ਉੱਧਰ ਦੀ ਹਿਊਮਨ ਰਾਈਟਸ ਵੀ ਹੈ, ਉੱਧਰ ਦੀ ਪੁਲਿਸ ਵੀ ਹੈ, ਉੱਧਰ ਦੇ ਹੋਰ ਇਹੋ ਜਿਹੇ ਮਹਿਕਮੇ ਨੇ ਜਿਹੜੇ 60 ਦੇ 60 ਐਡਰੈਸ ਸਾਡੇ ਕੋਲ ਅਵੇਲੇਬਲ ਨੇ ਔਰ ਅਸੀਂ ਉਹਨਾਂ ਮਹਿਕਮੇ ਨੂੰ ਚਿੱਠੀ ਕੱਢਣੀ ਹੈ। ਔਰ ਡੈਫੀਨੇਟਲੀ ਹੁਣ ਤੁਹਾਨੂੰ ਇੱਥੇ ਮੈਂ ਪੁਆਇੰਟ ਦੱਸ ਦਿੰਦਾ, 2 ਇਸ਼ੂਜ਼ ਰੇਜ਼ ਹੋ ਗਏ। FIR ਹੈਗੀ ਹੈ, ਅਕਿਊਜ਼ ਹੈ ਇੰਡੀਆ 'ਚ, ਤਾਂ ਉਹ ਵਾਂਟਿਡ ਹੈ। ਹਾਂ, ਪੁਲਿਸ ਉਹਨੂੰ ਵਾਂਟਿਡ ਕਿੱਦਣ ਡਿਕਲੇਅਰ ਕਰਦੀ ਹੈ, ਯਾਨੀ ਕਿ PO ਪ੍ਰੋ ਕਲੇਮ ਆਫੈਂਡਰ ਅਸੀਂ ਕਹਿੰਦੇ ਆ, ਉਹ ਕੋਈ ਗੱਲ ਨਹੀਂ ਜਿੱਦਣ ਵੀ ਡਿਕਲੇਅਰ ਕਰੇਗੀ ਬਟ ਉਹ FIR 'ਚ ਵਾਂਟਿਡ ਹੈ। ਇੱਕ ਵਕੀਲ ਦੀ ਜਦੋਂ ਚਿੱਠੀ ਜਾਂਦੀ ਹੈ ਕਿਸੇ ਵੀ ਸਰਕਾਰ ਦੇ ਕਿਸੇ ਵੀ ਅਦਾਰੇ 'ਚ ਫੋਰਨ 'ਚ ਬੜੀ ਉਹਨੂੰ ਰਿਸਪੈਕਟ ਦਿੰਦੇ ਨੇ, ਉਸ ਚਿੱਠੀ 'ਚ ਲਿਖਿਆ ਜਾਏਗਾ ਕਿ ਇਸ FIR 'ਚ ਵਾਂਟਿਡ ਹੈ, ਕੁੜੀ ਇਹਦੇ ਨਾਂ ਤੇ FIR ਹੋ ਚੁੱਕੀ। ਪਲੱਸ ਇਹਦੇ ਜਿਹੜੇ ਮੈਰਿਜ ਦਾ ਸਟੇਟਸ ਆ ਸੀ, ਇਹਦੇ ਹਸਬੈਂਡ ਦਾ ਨਾਮ ਆ ਸੀ, ਇਹਦਾ ਸਾਰਾ ਇਸ ਤਰੀਕ ਤੋਂ ਮੈਰਿਡ ਸੀ। ਮੈਂ ਕਹਿੰਦਾ ਜੇ ਉਹਨੇ ਕਾਗਜ਼ਾਂ ਵਿੱਚ ਆਪਣੇ ਆਪ ਨੂੰ ਅਨਮੈਰਿਡ ਲਿਖਾਇਆ ਹੋਇਆ ਜਦੋਂ ਉਹਨੇ ਵਰਕ ਪਰਮਿਟ ਦਿੱਤਾ ਹੈ, ਸੈਕਸ਼ਨ 44 ਸੈਕਸ਼ਨ 32 ਇਮੀਗ੍ਰੇਸ਼ਨ ਐਂਡ ਰਿਫਿਊਜੀ ਐਕਟ ਕੈਨੇਡਾ ਦਾ, ਉਹਦੇ ਮੁਤਾਬਕ ਉਹਦਾ ਵੀਜ਼ਾ ਕੈਂਸਲ ਹੋਏਗਾ ਇਮੀਡੀਏਟਲੀ। 30 ਡੇਜ਼ ਦਾ ਉਹਨੂੰ ਟਾਈਮ ਮਿਲੇਗਾ ਟੂ ਫਾਈਲ ਐਨ ਅਪੀਲ ਬਿਫੋਰ ਦੀ ਫੈਡਰਲ। ਅਪੀਲ 'ਚ ਉਹਨੂੰ 2 ਸਵਾਲ ਪੁੱਛੇ ਜਾਣਗੇ ਮੋਟੇ-ਮੋਟੇ, ਬਾਕੀ ਤੇ ਅਪੀਲ ਜੱਜ ਸਾਹਿਬ ਦੀ ਮਰਜ਼ੀ ਕੀ ਪੁੱਛਣ ਵੀ ਆ ਮੈਡਮ FIR ਦਾ ਤੁਸੀਂ ਦੱਸੋ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿ ਤੁਹਾਡੇ ਹਸਬੈਂਡ ਨੇ ਸੁਸਾਈਡ ਕੀਤਾ। ਫਿਲਹਾਲ ਤੁਹਾਡੇ ਤੇ 420 ਲੱਗੀ ਆ, ਜੋ ਵੀ ਅੱਗੇ ਲਿਖਿਆ ਪੁਲਿਸ ਨੇ ਕਿ ਤਫਤੀਸ਼ ਜਾਰੀ ਹੈ। ਸੈਕਿੰਡ, ਤੁਹਾਡਾ ਮੈਰੀਟਲ ਸਟੇਟਸ ਕਿਹੜੇ ਮਹੀਨੇ 'ਚ ਵਿਆਹ ਸੀ ਭਾਜੀ? ਮੈਂ ਤਾਂ ਆਪ ਡੇਟਾ ਜਾਂਦਾ ਡੇਟਾ ਰਿਪੂ ਜੂਨ ਸਮਥਿੰਗ 7 ਅਗਸਤ 7 ਕੇ 18 ਅਗਸਤ ਇਸ ਤਰ੍ਹਾਂ ਸੀਗਾ, ਉਦੋਂ ਸ਼ਾਦੀ ਹੁੰਦੀ ਹੈ। ਤੇ ਤੂੰ ਉਦੋਂ ਦੀ ਸ਼ਾਦੀशुदा ਸੀ ਤੇ ਤੂੰ ਆਪਣੇ ਆਪ ਨੂੰ ਕੱਚਾ ਕਿਉਂ ਲਿਖਿਆ ਮੈਂ ਕੁਆਰੀ ਹਾਂ। ਸੋ ਜਦੋਂ ਫਰਾਡ ਦੇ ਬੇਸ ਤੇ ਮੈਂ ਕੋਈ ਵੀ ਫੇਵਰ ਲੈ ਰਿਹਾ, ਮੈਂ ਤਾਂ ਈਵਨ ਟੂਰਿਸਟ ਵੀਜ਼ਾ ਵੀ ਲੈਣਾ ਹੋਵੇ ਕੈਨੇਡਾ ਵਿੱਚ ਮੈਂ ਜਾਲੀ ਪੇਪਰ ਲਾ ਦਾਂਗਾ ਨਾ ਆਪਣੀ ਇਨਕਮ ਟੈਕਸ ਪ੍ਰੂਫ ਜਾਂ ਕੁਝ ਵੀ, ਤਾਂ ਵੀ ਪਰਚਾ ਹੁੰਦਾ ਮੇਰੇ ਤੇ। ਇੱਥੇ ਤੇ ਉਹਨੇ ਆਪਣਾ ਮੈਰੀਟਲ ਸਟੇਟਸ ਹੀ ਛੁਪਾਇਆ। ਸੋ ਉਹ ਮੈਰੀਟਲ ਸਟੇਟਸ ਛੁਪਾਉਣ ਕਰਕੇ ਉਹਨੂੰ ਟਾਈਮ ਮਿਲੇਗਾ ਸਿਰਫ 30 ਡੇਜ਼ ਦਾ, ਤੇ 29ਵੇਂ ਦਿਨ ਉਹਨੂੰ ਆਪ ਜਹਾਜ਼ ਫੜ ਕੇ ਕੰਟਰੀ ਛੱਡਣੀ ਹੀ ਪੈਣੀ ਹੈ। ਕੋਈ ਰਾਹ ਹੀ ਨਹੀਂ ਬਚਣਾ ਉਹਦੇ ਕੋਲ, ਕਿਉਂਕਿ ਕੈਨੇਡਾ ਨੇ ਉਹਦਾ ਵੀਜ਼ਾ ਕੈਂਸਲ ਕਰ ਦੇਣਾ, ਨਹੀਂ ਜਾਏਗੀ ਤਾਂ ਚੁੱਕ ਕੇ ਉੱਥੋਂ ਜੇਲ੍ਹ 'ਚ ਦੇ ਦੇਣਗੇ। ਹੁਣ ਜਿਵੇਂ ਉਸਦੇ ਖਿਲਾਫ 420 ਲੱਗ ਗਈ ਹੈ ਤਾਂ ਮੱਲਨ ਸਾਹਿਬ 420 ਧਾਰਾ ਦੇ ਨਾਲ ਬੇਅੰਤ ਨੂੰ ਡਿਪੋਰਟ ਕਰਾ ਸਕਦੇ ਨੇ, ਕਿਉਂਕਿ ਸੋਸ਼ਲ ਮੀਡੀਆ ਤੇ ਮੰਗ ਕੀਤੀ ਜਾ ਰਹੀ ਹੈ ਵੀ ਬੇਅੰਤ ਕੌਰ ਨੂੰ ਡਿਪੋਰਟ ਕੀਤਾ ਜਾਵੇ, ਆਉਣ ਵਾਲੇ ਜੋ ਮੁੰਡੇ ਹੋਰ ਨੇ ਉਹਨਾਂ ਨਾਲ ਇਸ ਤਰ੍ਹਾਂ ਦੀ ਧੋਖਾਧੜੀ ਨਾ ਹੋਵੇ। ਦੇਖੋ ਮੱਲਨ ਸਾਹਿਬ ਵਿਚਾਰੇ ਕੁਛ ਨਹੀਂ ਹੈ, ਉਸ ਮਾਲਕ ਦੀ ਮਿਹਰ ਚਾਹੀਦੀ ਆ। ਵੇਖੋ ਇੰਨਾ ਘੱਟ ਹੋਇਆ, ਇਹਨਾਂ ਦੀ ਬਦੌਲਤ ਸਭ ਕੁਝ ਹੋ ਰਿਹਾ। ਮੈਂ ਕਾਨੂੰਨੀ ਪੱਖ ਜਿੱਥੇ ਲੋੜ ਪਏਗੀ ਮੇਰਾ ਤੀਰ ਸਹੀ ਟਿਕਾਣੇ ਪਹੁੰਚੇਗਾ, ਇਹ ਮੇਰਾ ਵਾਅਦਾ ਹੈ। ਅਸਰ ਉਹਦਾ ਕੀ ਹੈ ਇਹ ਉਸ ਅਕਾਲ ਪੁਰਖ ਦੀ ਮਰਜ਼ੀ ਹੈ। ਇਹ ਸਾਡੇ ਜਿਹੜੇ ਆਸ਼ੀਰਵਾਦ ਮਿਲਦੇ ਪਏ ਨੇ ਸੋਸ਼ਲ ਮੀਡੀਆ ਤੇ ਲੱਖਾਂ ਦੇ ਤਦਾਦ ਨਾਲ ਸਾਡੇ ਨਾਲ ਜਨਤਾ ਇਮੋਸ਼ਨਲੀ ਇੱਥੋਂ ਤੱਕ ਵੀ ਜਨਤਾ ਜੁੜੀ ਹੈ ਕਿ ਪੈਸਿਆਂ ਦੀ ਲੋੜ ਹੈ, ਮੱਲਨ ਸਾਹਿਬ ਘਬਰਾਇਓ ਨਾ ਅਸੀਂ ਦੇ ਦਾਂਗੇ। ਸੋ ਪੈਸਿਆਂ ਦੀ ਨਹੀਂ ਲੋੜ, ਮੈਨੂੰ ਰੱਬ ਦਾ ਦਿੱਤਾ ਜਿੰਨਾ ਹੈ ਮੈਂ ਬੜੀ ਇੱਜ਼ਤ ਦੀ ਰੋਟੀ ਥੋੜੀ ਖਾਣਾ, ਖੁਸ਼ ਹਾਂ। ਔਰ ਮੇਰੀ ਕਲਮ ਦੀ ਤਾਕਤ ਜੋ ਜੈਨੂਅਨ ਬਣਦੀ ਹੈ, ਨਾ ਉਹਦੇ ਖਿਲਾਫ ਬਹੁਤਾ ਤੇ ਨਾ ਉਹਦੇ ਵੱਲ ਬਹੁਤਾ, ਨਾ ਇਹਨਾਂ ਦੇ ਖਿਲਾਫ ਤੇ ਨਾ ਇਹਨਾਂ ਦੇ ਵੱਲ। ਮੈਂ ਕਾਨੂੰਨ ਦਾ ਰਖਵਾਲਾ ਵਾਂ, ਕਾਨੂੰਨ ਦੇ ਮੁਤਾਬਕ ਜੋ ਬਣਦਾ ਜਿੱਦਾਂ ਬਣਦਾ ਉਹਨੂੰ ਉਹਦੀ ਲੀਗਲ ਸਜ਼ਾ ਮਿਲੇਗੀ। ਬਾਕੀ ਕੋਈ ਖਤਰਾ ਨਹੀਂ ਹੈ। ਇੰਡੀਆ 'ਚ ਵੀ ਆ ਜਾਵੇ, ਆ ਕੇ ਆਪਣਾ ਕੇਸ ਪ੍ਰੋਟੈਸਟ ਕਰੇ, ਕੰਟੈਸਟ ਕਰੇ, ਉਹਨੂੰ ਪੂਰਾ ਮੌਕਾ ਅਸੀਂ ਅਦਾਲਤ 'ਚ ਦੇਵਾਂਗੇ। ਅਸੀਂ ਉਹਦੇ ਤੇ ਕੋਈ ਧੱਕਾ ਨਹੀਂ ਕਰਨ ਵਾਲੇ, ਕਿਸੇ ਕਿਸਮ ਦਾ ਕੋਈ ਖਤਰਾ ਉਹਦੇ ਲਈ ਪੈਦਾ ਨਹੀਂ ਕਰ ਰਹੇ। ਬਟ ਇਹ ਇਕੱਠ ਨਿਆਂ ਲੈਣ ਲਈ ਹੈ ਵੀ ਇੱਕ ਐਸਾ ਅਸੀਂ ਤਿਆਰ ਕਰ ਲਈਏ ਪ੍ਰੈਸੀਡੈਂਟ। ਮੈਡਮ 30,000 ਚਿੱਠੀਆਂ ਮਨੀਸ਼ਾ ਗੁਲਾਟੀ ਮੈਡਮ ਕੋਲ ਪਹੁੰਚੀਆਂ, ਜਦ ਕਿ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਕੇ ਹੋਮ ਅਫੇਅਰ ਨੇ ਸਿਰਫ 3600 ਦਾ ਆંકੜਾ ਦਿੱਤਾ ਸੀ, ਜਿਹਦੇ ਵਿੱਚੋਂ 600 ਬਾਕੀ ਇੰਡੀਆ ਦੀਆਂ, 3000 ਇੰਡੀਆ। ਉਹ 3000 ਦਾ ਆંકੜਾ 30,000 ਤੇ ਪਹੁੰਚ ਗਿਆ। ਇੱਕ ਇਸ ਕੇਸ ਤੋਂ ਬਾਅਦ ਸਰਕਾਰ ਕਿੱਦਾਂ ਇਹਨੂੰ ਹੈਂਡਲ ਕਰਦੀ ਹੈ। ਇਲੈਕਸ਼ਨਾਂ ਸਿਰ ਤੇ ਨੇ, ਕੀ ਨਿਆਂ ਮਿਲਦਾ? ਜੇ ਇਦਾਂ ਹੀ ਨਿਆਂ ਮਿਲਣਾ ਤੇ ਬੜੇ ਅਫਸੋਸ ਦੀ ਗੱਲ ਹੈ ਕਿਸ ਕੰਟਰੀ 'ਚ ਆਪਾਂ ਰਹਿ ਰਹੇ ਹਾਂ, ਸਾਡੇ ਨਾਲ ਕੀ ਹੋ ਰਿਹਾ ਹੈ, ਮਤਲਬ ਮਾੜਾ ਗੱਲ ਹੈ। ਬਟ ਡੈਫੀਨੇਟਲੀ ਇਨਸਾਫ ਨਹੀਂ ਮਿਲੇਗਾ ਤੇ ਖੋ ਕੇ ਰਵਾਂਗੇ, ਉਹ ਜਿੱਥੋਂ ਵੀ ਮਿਲੇ। ਅਦਾਲਤ ਤੇ ਮੈਨੂੰ ਪੂਰਾ ਭਰੋਸਾ ਹੈ, ਪੂਰਾ ਮਾਣ ਹੈ, ਮੇਰੇ ਜੁਡੀਸ਼ੀਅਲ ਸਿਸਟਮ ਤੇ ਮੈਨੂੰ ਪੂਰਾ ਮਾਣ ਹੈ। ਮਤਲਬ ਜਿੱਥੇ ਵੱਡਿਆਂ ਦੀ ਬੋਲਤੀ ਬੰਦ ਹੁੰਦੀ ਉੱਥੇ ਅਸੀਂ ਗਰਜਦੇ ਹਾਂ ਤੇ ਉਹਨੂੰ ਕੋਰਟ ਰੂਮ ਕਹਿੰਦੇ ਆ, ਤੇ ਉੱਥੇ ਨਿਆਂ ਮਿਲਦਾ ਹੈ। ਦੇਰ ਲੱਗ ਸਕਦੀ ਹੈ, ਪੁਲਿਸ ਗਲਤ ਕੰਮ ਕਰ ਸਕਦੀ ਹੈ, ਗਲਤ ਐਵੀਡੈਂਸ ਇਕੱਠੀ ਕਰ ਸਕਦੀ ਹੈ, ਬਟ ਕੋਰਟ 'ਚ ਸਾਡੇ ਕੋਲ ਪ੍ਰੋਵੀਜ਼ਨਾਂ ਨੇ, ਐਪਲੀਕੇਸ਼ਨਾਂ ਦੇ ਕੇ ਟੇਬਲ ਤੇ ਸੱਚ ਲਿਆਵਾਂਗੇ। ਲੜਾਈ ਜਿੰਨੀ ਮਰਜ਼ੀ ਲੰਬੀ ਹੈ ਲੜਾਂਗੇ, ਛੱਡਦੇ ਨਹੀਂ। ਇਹ ਵਾਅਦਾ ਸੁਨੀਲ ਮੱਲਨ ਦੇ ਸਕਦਾ ਹੈ। ਡਿਪੋਰਟ ਹੁੰਦੀ ਹੈ, ਪਹਿਲਾਂ ਪਰਚੇ ਦਾ ਆਪਾਂ ਨਹੀਂ ਸੀ ਦਿੱਤਾ, ਉਹ ਪ੍ਰਮਾਤਮਾ ਨੇ ਉਹ ਕਰਾਤਾ, ਇਸ ਭਰਾਵਾਂ ਨੇ ਕਰਾਤਾ, ਹੁਣ ਡੀਪੋਰਟ ਵੀ ਹੋ ਜਾਏਗੀ। ਕੋਈ ਔਖਾ ਕੰਮ ਤੇ ਨਹੀਂ ਹੈ। ਯਾਨੀ ਕਿ ਛੇਤੀ ਇੰਡੀਆ ਵਾਪਸੀ ਹੋ ਸਕਦੀ ਹੈ ਉਸਦੀ।
ਕੀ ਪਤਾ ਸਰਕਾਰੀ ਖਰਚੇ ਤੇ ਹੋ ਜਾਏ। ਹੋ ਸਕਦੀ ਹੈ, ਯਾਨੀ ਜਿਸ ਤਰ੍ਹਾਂ ਜਿਹੜੀ ਧਾਰਾਵਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ। ਬਾਬਾ ਨਾਨਕ ਜਾਣਦਾ, ਮੈਂ ਨਹੀਂ ਕੁਝ ਦੱਸਦਾ ਜੀ, ਮੈਂ ਤੇ ਸ਼ਾਇਦ ਸਰਕਾਰੀ ਮਹਿਮਾਨ ਬਣਾ ਕੇ ਲਿਆਈਏ ਉਹਨੂੰ। ਪਰ ਨਹੀਂ, ਜਿਹੜੀ ਤੁਸੀਂ ਧਾਰਾਵਾਂ ਕਹਿ ਰਹੇ ਹੋ ਵੀ ਇਹ ਵੱਖੋ-ਵੱਖ ਧਾਰਾਵਾਂ ਹੀ ਤਹਿਤ ਉਸ ਦੇ ਖਿਲਾਫ ਮਾਮਲਾ ਦਰਜ ਹੋਣਾ ਚਾਹੀਦਾ ਹੈ। ਉਮਰ ਕੈਦ ਦੀਆਂ ਧਾਰਾਵਾਂ ਨੇ ਜੇ ਉਹ ਧਾਰਾਵਾਂ ਲੱਗ ਜਾਂਦੀਆਂ ਨੇ ਤਾਂ ਅਸੀਂ ਲਵਾ ਲਾਂਗੇ ਕੋਰਟ ਚੋਂ। ਲਗਵਾ ਤਾਂ ਲਓਗੇ, ਪਰ ਇੰਡੀਆ ਦਾ ਲਾਅ ਜੇ ਧਾਰਾਵਾਂ ਲੱਗ ਜਾਂਦੀਆਂ ਨੇ ਉਸ ਤੋਂ ਬਾਅਦ ਇੰਡੀਆ ਦਾ ਲਾਅ ਕੈਨੇਡਾ ਦੀ ਸਰਕਾਰ ਨਾਲ ਗੱਲ ਕਰਕੇ ਉਹਨੂੰ ਡਿਪੋਰਟ ਕਰਵਾ ਸਕਦਾ ਹੈ। ਸਰਕਾਰ ਲਾਅ ਯਾਨੀ ਕਿ ਪੁਲਿਸ ਕਰੇ ਨਾ ਕਰੇ, ਕੋਈ ਹੋਰ ਕਰੇ ਨਾ ਕਰੇ, ਮੈਂ ਤਾਂ ਕਰਨੀ ਹੈ। ਮੇਰੀ ਕਲਮ 'ਚ ਜੋ ਤਾਕਤ ਹੈ, ਮੇਰੀ ਜੋ ਵਕੀਲ ਦੇ ਨਾਤੇ ਜੋ ਪਾਵਰ ਹੈ, ਮੈਂ ਉਹਦੀ ਇਸਤੇਮਾਲ ਕਰਨਾ ਹੈ, ਸਹੀ ਸਦਉਪਯੋਗ ਕਰਨਾ ਹੈ, ਕਿਸੇ ਦੇ ਨੁਕਸਾਨ 'ਚ ਨਹੀਂ ਕਰਨਾ। ਤੇ ਜੇ ਉਹ ਦੋਸ਼ੀ ਪਾਈ ਜਾਏਗੀ, ਡੈਫੀਨੇਟਲੀ ਚੱਕੀ ਪੀਸਿੰਗ ਐਂਡ ਪੀਸਿੰਗ, ਕੋਈ ਫਰਕ ਨਹੀਂ। ਜਿਹੜਾ ਵੀ ਕਸੂਰਵਾਰ ਹੋਏਗਾ ਉਹ ਚੱਕੀ ਪੀਸੇਗਾ, ਉਹਦੇ 'ਚ ਬਚਾਅ ਨਹੀਂ ਹੈ। ਕਾਨੂੰਨ 'ਚ ਇੱਕ ਪ੍ਰੋਸੀਜਰ ਹੈ, ਕੋਰਟ 'ਚ ਲਿਖਿਆ, ਇੱਕ ਲਾਅ ਦੀ ਕਿਤਾਬ 'ਚ, ਉਹੀ ਮੈਂ ਪੜ੍ਹੀ ਹੈ, ਉਹੀ ਐਸਐਸਪੀ ਨੇ ਪੜ੍ਹੀ ਹੈ, ਉਹੀ ਜੱਜ ਸਾਹਿਬ ਨੇ ਪੜ੍ਹੀ ਹੈ, ਉਹੀ ਪ੍ਰੋਸੀਕਿਊਸ਼ਨ ਐਵੀਡੈਂਸ ਨੇ ਪੜ੍ਹਨੀ ਹੈ, ਉਹੀ ਡਿਫੈਂਸ ਐਵੀਡੈਂਸ ਨੇ ਪੜ੍ਹਨੀ ਹੈ। ਮੈਂ ਕੋਈ ਵੱਖਰੀ ਨਹੀਂ ਪੜ੍ਹੀ। ਇੰਪਲੀਮੈਂਟ ਕਿੰਨੇ, ਮਨੀਸ਼ਾ ਘਲਾਟੀ ਮੈਡਮ ਨੇ ਵੀ ਸ਼ਾਇਦ ਪੜ੍ਹੀ ਹੋਵੇ, ਜੇ ਨਹੀਂ ਪੜ੍ਹੀ ਤੇ ਉਹਨਾਂ ਦੇ ਕਿਸੇ ਸਲਾਹਕਾਰ ਨੇ ਪੜ੍ਹੀ ਹੋਵੇ। ਇੰਪਲੀਮੈਂਟ ਕਰਨ ਦਾ ਦਮ ਚਾਹੀਦਾ ਹੈ, ਉਹਦੀ ਨੀਤ ਚਾਹੀਦੀ ਹੈ। ਕੰਮ ਕਰਨ ਵਾਸਤੇ ਪੈਸੇ ਨਹੀਂ ਚਾਹੀਦੇ ਹੁੰਦੇ ਕਦੀ ਵੀ, ਨੀਤ ਚਾਹੀਦੀ ਹੈ। ਇਹ ਭਾਜੀ ਨੇ ਕਿਤੇ ਪੈਸੇ ਦੇ ਕੇ ਸੱਦਿਆ ਸੱਜਣ, ਆਪੇ ਆਏ ਵਲੰਟੀਅਰ ਸਾਰੇ, ਕੋਈ ਲੰਗਰ ਲਾਉਂਦੇ ਆ, ਕੋਈ ਚਾਹ ਬਣਾਉਂਦੇ ਆ, ਕੋਈ ਕੁਛ ਕਰਨ ਦੇ ਆ। ਬਾਬੇ ਦਾ ਨਾਨਕ ਫਿਰ ਲੰਗਰ ਲੱਗ ਗਿਆ। ਨਹੀਂ ਜੀ, ਇੱਕ ਚੈਨਲ ਵਾਲੇ ਨੇ ਕਹਿ ਵੀ ਦਿੱਤਾ, ਕਹਿੰਦਾ ਵੀ ਚਾਚਾ ਕਹਿੰਦਾ ਜਿਹੜੇ ਮੁੰਡੇ ਇਕੱਠੇ ਕਰਦਾ ਹੈ ਵੀ ਪੈਸੇ ਦੇ ਕੇ ਇਕੱਠੇ ਕਰਦਾ ਹੈ। ਮੈਂ ਕਹਿੰਦਾ ਵੀਰੇ ਮੈਂ ਕਿਹਨੂੰ ਪੈਸੇ ਦੇ ਸਕਦਾ ਯਾਰ। ਬਾਕੀ ਮੇਰਾ ਜਿਹੜਾ ਪਿੰਡ ਲੈਵਲ ਤੇ ਲਾ ਲਓ, ਮੇਰੇ ਏਰੀਆ 'ਚ ਮੇਰੀ ਵਧੀਆ ਰਿਸਪੈਕਟ ਆ, ਮੈਂ ਲੋਕਾਂ ਦੀ ਕਰਦਾ, ਲੋਕ ਮੇਰੀ ਕਰਦੇ ਆ, ਮੇਰੇ ਇੱਕ ਸੱਦੇ ਤੇ ਆ ਜਾਂਦੇ ਆ। ਅਸੀਂ ਕੋਈ ਪਿੰਡ ਦਾ ਕੰਮ ਕਰਨਾ ਨਾ, ਉਦਾਂ ਵੀ ਮੈਂ ਕਹਿੰਦਾ ਯਾਰ ਵੀ ਆਪਾਂ ਕੰਮ ਕਰਨਾ ਹੈ ਨਾ, ਵੀ ਜਾਂ ਕਿਸਾਨ ਜਥੇਬੰਦੀ ਦਾ ਆਪਣੇ ਇੱਕ ਬੋਲ ਤੇ ਆਉਂਦੇ ਆ, ਉਹਨਾਂ ਨੂੰ ਪਤਾ ਵੀ ਚਾਚੇ ਨੇ ਜੋ ਕੰਮ ਕਰਨਾ ਉਹ ਸਹੀ ਹੀ ਕਰਨਾਗਾ। ਬਾਕੀ ਮੇਰੇ ਪਿੰਡ ਦੇ ਲੋਕ ਖੜੇ ਨੇ, ਇਹਨਾਂ ਨੂੰ ਸਵਾਲ ਕਰ ਸਕਦੇ ਹੋ। ਸਨ ਲਵਪ੍ਰੀਤ ਦੇ ਵਕੀਲ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰ, ਜਿਨ੍ਹਾਂ ਨੇ ਸਾਫ਼ ਤੌਰ ਤੇ ਕਹਿਣਾ ਕਿ ਉਹ ਜੋ ਧਾਰਾ ਲਗਾਈ ਗਈ ਹੈ ਉਸ ਤੋਂ ਸੰਤੁਸ਼ਟ ਨਹੀਂ ਹਨ। ਜਦੋਂ ਤੱਕ ਜਿਹੜੀਆਂ ਬਣਦੀਆਂ ਧਾਰਾਵਾਂ ਨੇ ਉਹ ਨਹੀਂ ਲਗਾਈ ਜਾਂਦੀਆਂ, ਉਦੋਂ ਤੱਕ ਉਹ ਇਸੇ ਤਰ੍ਹਾਂ ਇੱਥੇ ਅਣਮਿੱਥੇ ਸਮੇਂ ਦੇ ਲਈ ਧਰਨੇ ਪ੍ਰਦਰਸ਼ਨ ਕਰਦੇ ਰਹਿਣਗੇ। ਤਾਂ ਵੇਖਦੇ ਹਾਂ ਕਿ ਆਖਿਰਕਾਰ ਹੁਣ ਕਦੋਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ, ਕਦੋਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਜਾਂਦਾ ਤੇ ਜਿਹੜੀ ਬਣਦੀਆਂ ਧਾਰਾਵਾਂ ਨੇ ਉਹ ਕਦੋਂ ਲਗਾਈਆਂ ਜਾਂਦੀਆਂ ਨੇ। ਕੈਮਰਾਮੈਨ ਵੇਦਰਾਮ ਸੈਣੀ ਦੇ ਨਾਲ ਹਮਦਰਦ ਟੀਵੀ ਲਈ ਨਵਦੀਪ ਕੌਰ ਦੀ ਰਿਪੋਰਟ।